Hello friends, welcome to Pahadi Boy Classes. ਅਮਰੀਕਾ ਦਾ ਮਾਣ ਇਬਰਾਹਮ ਲਿੰਕਨ ਜੀਵਨੀ ਲੇਖ ਡਾਕਟਰ ਸ਼ੇਰ ਸਿੰਘ PhD ਦਾ ਲਿਖਿਆ ਹੋਇਆ ਹੈ। ਲੇਖਕ ਦੱਸਦਾ ਹੈ ਕਿ ਅਮਰੀਕਾ ਜੋ ਕੁਝ ਅੱਜ ਹੈ ਇਹ ਜਾਰਜ ਵਾਸ਼ਿੰਗਟਨ ਅਤੇ ਇਬਰਾਹਮ ਲਿੰਕਨ ਵਰਗੇ ਆਪਣੇ ਸੱਚੇ ਸਪੂਤਾਨ ਕਰਕੇ ਹੀ ਹੈ। ਉਹਨਾਂ ਨੂੰ ਆਪਣੇ ਦੇਸ਼ ਨਾਲ ਸੁੱਚਾ ਪਿਆਰ ਸੀ ਅਤੇ ਉਹ ਨਿਸ਼ਕਾਮ ਦੇਸ਼ ਭਗਤ ਸਨ। ਲਿੰਕਨ ਦੇ ਜਨਮ ਤੋਂ 40 ਸਾਲ ਪਹਿਲਾਂ ਅਮਰੀਕਾ ਇੰਗਲੈਂਡ ਦੇ ਅਧੀਨ ਸੀ ਤੇ ਇੱਥੋਂ ਮੂਲ ਨਿਵਾਸੀ ਰੈੱਡ ਇੰਡੀਅਨ ਸਨ। ਬਾਹਰੋਂ ਆਉਣ ਵਾਲੇ ਬਹੁਤੇ ਅੰਗਰੇਜ਼ ਹੀ ਸਨ ਜੋ ਆਪਣੇ ਬਾਦਸ਼ਾਹ ਤੋਂ ਤੰਗ ਆ ਕੇ ਆਪਣਾ ਦੇਸ਼ ਛੱਡ ਕੇ ਅਮਰੀਕਾ ਆ ਵਸੇ ਸਨ। ਇਹਨਾਂ ਵਿੱਚ ਇੱਕ ਸੈਮੂਅਲ ਲਿੰਕਨ ਵੀ ਸੀ। ਇੰਗਲੈਂਡ ਦੀ ਪਾਰਲੀਮੈਂਟ ਨੇ ਅਮਰੀਕਾ ਵਾਲਿਆਂ ਉੱਤੇ ਲੜਾਈ ਦਾ ਟੈਕਸ ਲਾ ਦਿੱਤਾ, ਜਿਸ ਵਿਰੁੱਧ ਝੁਕਣ ਤੋਂ ਇਨਕਾਰ ਕਰਕੇ ਅਮਰੀਕਾ ਵਾਲਿਆਂ ਨੇ 4 ਜੁਲਾਈ 1776 ਨੂੰ ਪੂਰਨ ਆਜ਼ਾਦੀ ਦਾ ਝੰਡਾ ਗੱਡ ਦਿੱਤਾ। ਇਹ ਦਿਨ ਅੱਜ ਵੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। 7 ਸਾਲ ਇੰਗਲੈਂਡ ਤੇ ਅਮਰੀਕਨਾਂ ਦੇ ਵਾਸੀਆਂ ਵਿਚਕਾਰ ਲੜਾਈ ਚੱਲਦੀ ਰਹੀ। ਅਮਰੀਕਨਾਂ ਦੀ ਅਗਵਾਈ ਜਾਰਜ ਵਾਸ਼ਿੰਗਟਨ ਨੇ ਕੀਤੀ। ਅੰਤ ਅਮਰੀਕਾ ਜਿੱਤ ਗਿਆ ਤੇ ਲੜਾਈ ਦੇ ਮੁੱਕਣ ਤੇ ਖੋਜੀਆਂ ਨੇ ਆਪਣੇ ਸੁੱਖ ਲਈ ਵਸੋਂ ਦੇ ਥਾਂ ਲੱਭਣੇ ਸ਼ੁਰੂ ਕੀਤੇ। ਇਸ ਦੌਰਾਨ ਉਨ੍ਹਾਂ ਦੀਆਂ ਮੂਲ ਨਿਵਾਸੀਆਂ ਨਾਲ ਨਿੱਕੀਆਂ-ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ। ਇਬਰਾਹਮ ਲਿੰਕਨ ਦਾ ਪਿਓ ਟਾਮਸ ਲਿੰਕਨ ਵੀ ਕਿਸੇ ਚੰਗੀ ਥਾਂ ਦੀ ਭਾਲ ਵਿੱਚ ਇੱਧਰ-ਉੱਧਰ ਖੱਜਲ-ਖੁਆਰ ਹੋਇਆ। ਉਸ ਦੀ ਮਾਤਾ ਨੈਂਸੀ ਪੜ੍ਹੀ ਲਿਖੀ, ਮਿੱਠੇ ਸੁਭਾਅ ਵਾਲੀ ਤੇ ਉੱਤਮ ਆਚਰਣ ਵਾਲੀ ਇਸਤਰੀ ਸੀ। ਉਸਨੇ ਆਪਣੇ ਪਤੀ ਨੂੰ ਦਸਤਖਤ ਕਰਨੇ ਸਿਖਾਏ ਤੇ ਆਪਣੇ ਪੁੱਤਰ ਦੀ ਪੜ੍ਹਾਈ ਵੀ ਆਪੇ ਸ਼ੁਰੂ ਕਰਵਾਈ। ਉਸ ਦੀ ਵੱਡੀ ਧੀ ਦਾ ਨਾਮ ਮੈਰਾ ਸੀ। ਉਹ ਐਲਿਜ਼abeth ਸ਼ਹਿਰ ਦੇ ਕੋਲ ਲੱਕੜੀ ਦੀ ਇੱਕ ਭੈੜੀ ਜਿਹੀ ਝੁੱਗੀ ਵਿੱਚ ਰਹਿੰਦੇ ਸਨ। 12 ਫਰਵਰੀ 1807 ਨੂੰ ਇਬਰਾਹਮ ਲਿੰਕਨ ਦਾ ਜਨਮ ਹੋਇਆ। ਇਬਰਾਹਮ ਤੇ ਖੈਰਾ ਦੋਵੇਂ ਰਾਤ ਨੂੰ ਪੜਛੱਤੀ ਉੱਤੇ ਚੜ੍ਹ ਕੇ ਸੌਂ ਜਾਂਦੇ ਸਨ। ਉਹ ਪਾਲੇ ਤੋਂ ਬਚਣ ਲਈ ਉੱਪਰ ਹਿਰਨ ਦੀ ਖੱਲ ਲੈ ਲੈਂਦੇ। ਉਹ ਛੱਤ ਦੀਆਂ ਚੀਥਾਂ ਵਿੱਚੋਂ ਤਾਰੇ ਵੀ ਗਿਣਨ ਲੱਗ ਪੈਂਦੇ। ਉਹਨਾਂ ਨੂੰ ਮਿਲਣ-ਗਿਲਣ ਵਾਲੇ ਵੀ ਘੱਟ ਹੀ ਆਉਂਦੇ ਸਨ। ਇਬਰਾਹਮ ਦੇ ਮਾਪਿਆਂ ਨੇ ਪਹਿਲੇ 7 ਵਰ੍ਹੇ ਔਖੇ-ਸੌਖੇ ਬਿਤਾਏ। ਫਿਰ ਇਬਰਾਹਮ ਵੀ ਲੱਕੜਾਂ ਤੇ ਬਾਲਣ ਆਦਿ ਇਕੱਠਾ ਕਰਨ ਤੇ ਮਾਪਿਆਂ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਿਆ। ਆਖਰ ਉਸਦੇ ਬਾਪ ਨੇ ਉਹ ਥਾਂ ਛੱਡ ਕੇ ਦਰਿਆ ਦੇ ਪਾਰ ਕੁਝ ਉਪਜਾਊ ਜ਼ਮੀਨ ਖਰੀਦ ਲਈ ਤੇ ਉਹ ਉੱਥੇ ਜਾ ਕੇ ਰਹਿਣ ਲੱਗ ਪਏ। ਉੱਥੇ ਆਇਆ ਅਜੇ ਵਰ੍ਹਾ ਵੀ ਨਹੀਂ ਬੀਤਿਆ ਕਿ ਉੱਥੇ ਕੋਈ ਛੂਤ ਦੀ ਬਿਮਾਰੀ ਫੈਲਣ ਨਾਲ ਇਬਰਾਹਮ ਦੀ ਮਾਂ ਦੀ ਮੌਤ ਹੋ ਗਈ ਤੇ ਉਸਦੇ ਪਿਤਾ ਨੇ ਸ਼ੈਲੀ ਬੁਸ਼ ਨਾਂ ਦੀ ਔਰਤ ਨਾਲ ਹੋਰ ਵਿਆਹ ਕਰ ਲਿਆ। ਇਹ ਔਰਤ ਪਹਿਲਾਂ ਹੀ 3 ਬੱਚਿਆਂ ਦੀ ਮਾਂ ਸੀ। ਇਬਰਾਹਮ ਜਿਸ ਨੂੰ ਸਾਰੇ ਲਾਡ ਨਾਲ ਐਬੇ ਸੱਦਦੇ ਸਨ, ਮਤਰੇਈ ਮਾਂ ਦਾ ਹਰ ਹੁਕਮ ਮੰਨਦਾ ਸੀ ਤੇ ਉਹ ਵੀ ਉਸ ਨਾਲ ਸਨੇਹ ਰੱਖਦੀ ਸੀ। ਇਸ ਸਮੇਂ ਐਬੇ ਵੀ ਪੜ੍ਹਨ ਲੱਗ ਪਿਆ। ਉਹ ਸਕੂਲ ਤਾਂ ਨਹੀਂ ਸੀ ਗਿਆ, ਪਰ ਉਹ ਇੱਧਰੋਂ-ਉੱਧਰੋਂ ਵਿੱਦਿਆ ਗ੍ਰਹਿਣ ਕਰਨ ਲੱਗ ਪਿਆ। ਉਹ ਜੀਵਾਂ ਨਾਲ ਬਹੁਤ ਪਿਆਰ ਕਰਦਾ ਸੀ। ਇਸੇ ਕਾਰਨ ਇੱਕ ਵਾਰੀ ਪਹਾੜੀ ਤੇੜ ਵਿੱਚ ਫਸੇ ਚੂਹੇ ਕੱਢਣ ਲਈ ਉਹ 1 ਮੀਲ ਤੁਰ ਕੇ ਲੋਹਾਰ ਕੋਲੋਂ ਭਾਲਾ ਲੈ ਕੇ ਆਇਆ। ਇਬਰਾਹਮ 6.5 ਫੁੱਟ ਲੰਮਾ ਜਵਾਨ ਸੀ। ਉਹ ਤਕੜੇ ਹੌਸਲੇ ਵਾਲਾ, ਪੱਕੇ ਇਰਾਦੇ ਵਾਲਾ ਤੇ ਕਸ਼ਟ ਸਹਿਣ ਵਾਲਾ ਨੌਜਵਾਨ ਸੀ। ਉਹ 19 ਸਾਲ ਦੀ ਉਮਰ ਤੱਕ ਘਰੋਂ ਬਾਹਰ ਨਾ ਗਿਆ। 21 ਵਰ੍ਹੇ ਦੀ ਉਮਰ ਵਿੱਚ ਉਹ ਇਲੀਨੋਏ ਆ ਗਿਆ। ਉੱਥੇ ਪਿਓ ਨਾਲ ਲੱਗ ਕੇ ਮਕਾਨ ਬਣਾਇਆ। ਫਿਰ 15 ਕੁੰਮਾਂ ਜ਼ਮੀਨ ਵਾਹ ਕੇ ਤਿਆਰ ਕੀਤੀ ਤੇ ਆਲੇ-ਦੁਆਲੇ ਵਾੜ ਕਰ ਦਿੱਤੀ। ਇਸ ਪਿੱਛੋਂ ਲਿੰਕਨ ਨੇ ਇੱਕ ਸੌਦਾਗਰ ਦੀ ਨੌਕਰੀ ਕੀਤੀ। ਸਹਿਜੇ ਇੱਕ ਵਪਾਰੀ ਬੇੜੇ ਦੀ ਸੰਭਾਲ ਵੀ ਉਸ ਦੇ ਸਪੁਰਦ ਹੋ ਗਈ। ਸਫ਼ਰ ਦੀ ਨੌਕਰੀ ਸੀ ਜਿਸ ਵਿੱਚ ਉਸਨੇ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ। ਇਸੇ ਸਫ਼ਰ ਦੌਰਾਨ ਹੀ ਲਿੰਕਨ ਨੇ ਪਹਿਲੀ ਵਾਰੀ ਗੁਲਾਮਾਂ ਦੀ ਹਾਲਤ ਦੇਖੀ। ਉਸਨੇ ਹਬਸ਼ੀਆਂ ਇਹ ਸ਼ਬਦ ਅੱਜ-ਕੱਲ੍ਹ ਯੂਰਪੀਨ ਤੇ ਅਮਰੀਕਨ ਦੇਸ਼ਾਂ ਵਿੱਚ ਵਰਤਣਾ ਵਿਵਰਜਿਤ ਹੈ। ਇਸ ਦੀ ਥਾਂ ਅਫਰੀਕੀ ਜਾਂ ਕਾਲੇ ਸ਼ਬਦ ਵਰਤਿਆ ਜਾਂਦਾ ਹੈ ਨੂੰ ਜ਼ੰਜੀਰਾਂ ਵਿੱਚ ਜਕੜੇ ਤੇ ਵਿਕਦੇ ਦੇਖਿਆ। ਉਸਨੇ ਉਹਨਾਂ ਨੂੰ ਥੰਮਾਂ ਨਾਲ ਬੰਨ੍ਹ ਕੇ ਪੈਂਦੀ ਮਾਰ ਤੇ ਉਹਨਾਂ ਦੀਆਂ ਪਿੱਠਾਂ ਵਿੱਚੋਂ ਵਗਦਾ ਲਹੂ ਵੀ ਵੇਖਿਆ। ਲਿੰਕਨ ਨੇ ਮਨ ਵਿੱਚ ਗੁਲਾਮ ਫਰੋਸ਼ੀ ਦੇ ਧੰਦੇ ਨੂੰ ਬੰਦ ਕਰਨ ਦਾ ਨਿਸ਼ਚਾ ਧਾਰ ਲਿਆ। ਵਪਾਰ ਦੇ ਕੰਮ ਵਿੱਚ ਬਹੁਤੀ ਸਫਲਤਾ ਨਾ ਮਿਲਣ ਕਰਕੇ ਉਹ ਫੌਜ ਵਿੱਚ ਭਰਤੀ ਹੋ ਗਿਆ, ਪਰ ਛੇਤੀ ਹੀ ਇਹ ਮਹਿਕਮਾ ਵੀ ਛੱਡ ਦਿੱਤਾ। ਜਦੋਂ ਉਹ ਫੌਜ ਨੂੰ ਛੱਡ ਕੇ ਘਰ ਪਰਤਿਆ ਤਾਂ ਉਨੀ ਦਿਨੀ ਇਲੀਨਾਇਸ ਵਿੱਚ ਪਾਰਲੀਮੈਂਟ ਦੀ ਚੋਣ ਹੋ ਰਹੀ ਸੀ। ਉਹ ਵੀ ਮੈਂਬਰੀ ਲੈਣ ਲਈ ਖੜ੍ਹਾ ਹੋ ਗਿਆ।
ਬੇਸ਼ੱਕ ਚੋਣ ਤਾਂ ਜਿੱਤ ਨਾ ਸਕਿਆ, ਪਰੰਤੂ ਉਸਦੇ ਦੋਸਤ ਬਹੁਤ ਬਣ ਗਏ ਤੇ ਉਹ ਵੱਡੇ ਭਾਸ਼ਣਕਾਰਾਂ ਵਿੱਚ ਗਿਣਿਆ ਜਾਣ ਲੱਗਾ। ਚੋਣ ਹਾਰਨ ਮਗਰੋਂ ਉਸਨੇ ਲੋਹਾਰ ਬਣਨ ਲਈ ਇੱਕ ਆਦਮੀ ਨਾਲ ਭਾਈਵਾਲੀ ਕੀਤੀ, ਪਰ ਇਸ ਸਾਥੀ ਦੀ ਲਾਪਰਵਾਹੀ ਕਾਰਨ ਉਹ ਕਰਜ਼ਾਈ ਹੋ ਗਿਆ। ਸਾਥੀ ਦੀ ਮੌਤ ਪਿੱਛੋਂ ਸਾਰਾ ਕਰਜ਼ਾ ਲਿੰਕਨ ਦੇ ਸਿਰ ਪੈ ਗਿਆ। ਫਿਰ ਉਹ ਨਿਊ ਸਲੀਮ ਦਾ ਪੋਸਟ ਮਾਸਟਰ ਬਣਿਆ ਤੇ ਇਹਨਾਂ ਦਿਨਾਂ ਵਿੱਚ ਵਿਹਲ ਹੋਣ ਕਰਕੇ ਉਸਨੇ ਅਖਬਾਰਾਂ ਖੂਬ ਪੜ੍ਹੀਆਂ। ਫਿਰ ਉਹ ਸਰਵੇਅਰ ਬਣ ਗਿਆ। ਬੇਸ਼ੱਕ ਲਿੰਕਨ ਨੂੰ ਅਜੇ ਕਿਧਰੇ ਸਫਲਤਾ ਨਹੀਂ ਸੀ ਮਿਲੀ, ਪਰ ਉਸਨੇ ਹਿੰਮਤ ਨਾ ਹਾਰੀ। ਲੋਕ ਤਰੱਕੀ ਕਰ ਚੁੱਕੇ ਸਨ, ਪਰੰਤੂ ਉਸਨੇ ਅਜੇ ਕਰਨੀ ਸੀ। ਉਸ ਦਾ ਵਿਸ਼ਵਾਸ ਸੀ ਕਿ ਸਿਖਰ ਉੱਤੇ ਪੁੱਜ ਕੇ ਬਹੁਤ ਥਾਂ ਹੁੰਦੀ ਹੈ ਤੇ ਉਹ ਸਿਖਰ ਉੱਤੇ ਹੀ ਪਹੁੰਚਣਾ ਚਾਹੁੰਦਾ ਸੀ। ਲਿੰਕਨ ਨੂੰ ਪਤਾ ਲੱਗ ਚੁੱਕਾ ਸੀ ਕਿ ਦੇਸ਼ ਸੇਵਾ ਦੀ ਪਹਿਲੀ ਪੌੜੀ ਚੜ੍ਹਨ ਲਈ ਤਕੜਾ ਕਿਰਤੀ, ਸਮਾਂ ਦੋਸਤ ਤੇ ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ। ਹੁਣ ਫਿਰ ਜਦੋਂ ਚੋਣਾਂ ਆਈਆਂ ਤੇ ਉਹ ਫਿਰ ਖੜਾ ਹੋ ਗਿਆ ਤੇ ਇਸ ਵਾਰੀ ਉਹ ਸਫਲ ਹੋ ਗਿਆ। 2 ਸਾਲਾਂ ਮਗਰੋਂ ਉਹ ਫਿਰ ਚੁਣਿਆ ਗਿਆ ਤੇ ਇਸ ਤਰ੍ਹਾਂ 8 ਸਾਲ ਉਹ ਇਲੀਨਾਇਸ ਦੀ ਪਾਰਲੀਮੈਂਟ ਦਾ ਮੈਂਬਰ ਰਿਹਾ। ਅਗਲੇ 4 ਵਰ੍ਹੇ ਉਸਨੇ ਕੋਈ ਰਾਜਸੀ ਕੰਮ ਨਾ ਕੀਤਾ। ਫਿਰ ਉਹ ਅਮਰੀਕਾ ਦੀ ਪਾਰਲੀਮੈਂਟ ਲਈ ਆਪਣੇ ਸੂਬੇ ਦੇ ਪ੍ਰਤੀਨਿਧਾਂ ਵੱਲੋਂ ਚੁਣਿਆ ਗਿਆ। ਇਸ ਸਮੇਂ ਉਹ ਸੱਜਣਾਂ ਮਿੱਤਰਾਂ ਨਾਲ ਗੁਲਾਮਾਂ ਦੇ ਵਪਾਰ ਵਿਰੁੱਧ ਕੰਮ ਕਰਦਾ ਰਿਹਾ। 1845 ਤੋਂ 1849 ਤੱਕ ਉਹ ਪਾਰਲੀਮੈਂਟ ਦਾ ਮੈਂਬਰ ਰਿਹਾ। 1849 ਤੋਂ 1854 ਤੱਕ ਉਹ ਆਪਣੇ ਘਰ ਸਪਰਿੰਗਫੀਲਡ ਵਿੱਚ ਰਿਹਾ ਤੇ ਵਕਾਲਤ ਪਾਸ ਕਰਕੇ ਵਕਾਲਤ ਕਰਨ ਲੱਗਾ। ਇਸ ਸਮੇਂ ਅਮਰੀਕਾ ਦੇ ਉੱਤਰ ਵੱਲ ਗੁਲਾਮੀ ਦਾ ਰਿਵਾਜ ਨਹੀਂ ਸੀ, ਪਰੰਤੂ ਦੱਖਣ ਵਿੱਚ ਵਸਦੇ ਅਮੀਰਾਂ ਵਿੱਚ ਬਹੁਤ ਸੀ। 1850 ਵਿੱਚ ਹੋਏ ਮਸੂਰੀ ਸਮਝੌਤੇ ਵਿੱਚ ਅਮਰੀਕਾ ਦੇ ਨਕਸ਼ੇ ਉੱਤੇ ਮੇਸਨ ਤੇ ਡਿਕਸਨ ਨਾਂ ਦੀ ਲੀਕ ਖਿੱਚੀ ਗਈ। ਇਸ ਦੇ ਉੱਤਰ ਵੱਲ ਗੁਲਾਮੀ ਕਦੀ ਨਹੀਂ ਸੀ ਹੋ ਸਕਦੀ। 1854 ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਇੱਕ ਲੀਡਰ ਡਗਲਸ ਦੁਆਰਾ ਪੇਸ਼ ਕੀਤੇ ਕੰਸਾਸ ਨੇਬਰਸਾਕਾ ਬਿੱਲ ਦੁਆਰਾ ਜਦੋਂ ਕੰਸਾਸ ਦੇ ਲੋਕਾਂ ਨੂੰ ਗੁਲਾਮ ਰੱਖਣ ਜਾਂ ਨਾ ਰੱਖਣ ਦੀ ਖੁੱਲ੍ਹ ਦੇਣ ਦੀ ਗੱਲ ਹੋਈ ਤਾਂ ਇਸ ਦੇ ਸਿੱਟੇ ਵਜੋਂ ਦੱਖਣ ਪੱਖੀ ਡੈਮੋਕ੍ਰੈਟਿਕ ਪਾਰਟੀ ਵਿਰੁੱਧ ਉੱਤਰ ਵਿੱਚ ਲਿੰਕਨ ਦੀ ਅਗਵਾਈ ਹੇਠ ਰਿਪਬਲਿਕਨ ਪਾਰਟੀ ਸਥਾਪਿਤ ਹੋ ਗਈ। ਇਸ ਪਾਰਟੀ ਨੇ ਕਿਹਾ ਕਿ ਅਮਰੀਕਾ ਦੇ ਸਾਰੇ ਸੂਬਿਆਂ ਦੀ ਸਾਂਝੀ ਸਭਾ ਕਾਂਗਰਸ ਨੂੰ ਇਹ ਫੈਸਲਾ ਕਰਨ ਦਾ ਹੱਕ ਹੈ ਕਿ ਕਿਸੇ ਖਾਸ ਸੂਬੇ ਵਿੱਚ ਗੁਲਾਮੀ ਕਾਨੂੰਨ ਅਨੁਸਾਰ ਠੀਕ ਹੈ ਜਾਂ ਨਹੀਂ। ਕੰਸਾਸ ਉੱਤਰ ਵੱਲ ਸੀ ਤੇ ਉੱਤਰ ਵੱਲ ਦੇ ਪਾਸੇ ਅਜੇ ਪੂਰੀ ਤਰ੍ਹਾਂ ਜਥੇਬੰਦ ਨਹੀਂ ਸਨ। ਇਸ ਕਰਕੇ 1856 ਵਿੱਚ ਦੱਖਣ ਦਾ ਆਦਮੀ ਪ੍ਰਧਾਨ ਚੁਣਿਆ ਗਿਆ, ਪਰੰਤੂ 4 ਸਾਲਾਂ ਮਗਰੋਂ 1860 ਵਿੱਚ ਲਿੰਕਨ ਪ੍ਰਧਾਨ ਚੁਣਿਆ ਗਿਆ। ਲਿੰਕਨ ਦੇ 2 ਉਦੇਸ਼ ਸਨ, ਇੱਕ ਦੱਖਣ ਵਿੱਚੋਂ ਗੁਲਾਮੀ ਨੂੰ ਖਤਮ ਕਰਨਾ ਅਤੇ ਦੂਸਰੇ ਦੱਖਣ ਤੇ ਉੱਤਰ ਨੂੰ ਇਕੱਠੇ ਰੱਖਣਾ। ਜਦੋਂ ਫਰਵਰੀ 1861 ਵਿੱਚ ਲਿੰਕਨ ਪ੍ਰਧਾਨਗੀ ਦੀ ਕੁਰਸੀ ਉੱਤੇ ਬੈਠਾ ਤਾਂ ਦੱਖਣ ਦੀਆਂ ਕੁਝ ਰਿਆਸਤਾਂ ਵੱਖ ਹੋ ਗਈਆਂ ਤੇ ਦੇਸ਼ ਦੇ 2 ਟੋਟੇ ਹੋ ਗਏ। ਲਿੰਕਨ ਇਸ ਗੱਲ ਨੂੰ ਦੇਸ਼ ਤੇ ਕੌਮ ਲਈ ਬਹੁਤ ਬੁਰੀ ਮੰਨਦਾ ਸੀ। ਦੱਖਣ ਵਾਲਿਆਂ ਨੇ ਵਧੀਕੀਆਂ ਕਰਕੇ ਸਰਕਾਰੀ ਕਿਲੇ ਮੱਲ ਲਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਇਸ ਲੜਾਈ ਵਿੱਚ ਸਰਕਾਰ ਦੀ ਹਾਰ ਹੁੰਦੀ ਦੇਖ ਕੇ ਉੱਤਰ ਵਾਲੇ ਲਿੰਕਨ ਨੂੰ ਬੁਰਾ ਭਲਾ ਕਹਿਣ ਲੱਗੇ, ਪਰ ਲਿੰਕਨ ਦੂਰ ਅੰਦੇਸ਼ੀ ਨਾਲ ਆਪਣੀ ਧੁਨ ਵਿੱਚ ਪੱਕਾ ਰਿਹਾ। ਅੰਗਰੇਜ਼ ਅਤੇ ਫਰਾਂਸੀਸੀ ਦੱਖਣੀ ਸਰਕਾਰ ਨੂੰ ਮੰਨਣਾ ਚਾਹੁੰਦੇ ਸਨ। ਉਹ ਕਹਿੰਦੇ ਸਨ ਕਿ ਸਾਨੂੰ ਗੁਲਾਮੀ ਪਸੰਦ ਨਹੀਂ, ਪਰੰਤੂ ਸਾਨੂੰ ਧੁਨ ਦੀ ਲੋੜ ਹੈ। ਲੜਾਈ ਚੱਲਦੀ ਰਹੀ। ਕੁਝ ਘਟਨਾਵਾਂ ਨੇ ਲਿੰਕਨ ਗੁਲਾਮਾਂ ਦੀ ਬੰਦ ਖਲਾਸੀ ਕਰਨ ਲਈ ਮਜਬੂਰ ਕਰ ਦਿੱਤਾ। ਉਸਨੇ ਇਸ ਸੰਬੰਧੀ ਐਲਾਨ ਲਿਖ ਕੇ ਜੇਬ ਵਿੱਚ ਪਾ ਲਿਆ ਤੇ ਫਿਰ ਵਜ਼ੀਰਾਂ ਦੀ ਇਕੱਤਰਤਾ ਬੁਲਾ ਕੇ ਅਚਨਚੇਤ ਇਸ ਨੂੰ ਪੜ੍ਹ ਕੇ ਸੁਣਾ ਦਿੱਤਾ। ਉਸਨੇ ਕਿਹਾ ਕਿ ਜਿੰਨਾ ਚਿਰ ਉਹ ਪ੍ਰਧਾਨ ਹੈ ਇਹ ਲੜਾਈ ਜਥੇਬੰਦੀ ਜਾਰੀ ਰੱਖਣ ਲਈ ਜਾਰੀ ਰਹੇਗੀ। ਕੋਈ ਮਨੁੱਖੀ ਤਾਕਤ ਇਸ ਬਗਾਵਤ ਨੂੰ ਆਜ਼ਾਦੀ ਦੀ ਪਾਲਿਸੀ ਤੋਂ ਬਿਨਾਂ ਦਬਾ ਨਹੀਂ ਸਕਦੀ। ਗੁਲਾਮਾਂ ਦੀ ਆਜ਼ਾਦੀ ਦਾ ਐਲਾਨ ਹੋਣ ਨਾਲ ਯੂਰਪੀ ਵਾਲੇ ਉੱਤਰ ਨਾਲ ਹਮਦਰਦੀ ਕਰਨ ਲੱਗ ਪਏ ਤੇ ਉਨ੍ਹਾਂ ਦੱਖਣ ਦੀ ਮਦਦ ਬੰਦ ਕਰ ਦਿੱਤੀ। ਹੁਣ ਉੱਤਰ ਵਾਲਿਆਂ ਦੀਆਂ ਜਿੱਤਾਂ ਹੋਣ ਲੱਗੀਆਂ। 1864 ਵਿੱਚ ਬਹੁਤ ਜਿੱਤਾਂ ਪ੍ਰਾਪਤ ਹੋਈਆਂ। ਅਗਲੀ ਵਾਰੀ ਲਿੰਕਨ ਮੁੜ ਪ੍ਰਧਾਨ ਚੁਣਿਆ ਗਿਆ। 9 ਅਪ੍ਰੈਲ 1865 ਨੂੰ ਦੱਖਣੀਆਂ ਦੇ ਜਰਨੈਲ ਨੇ ਹਥਿਆਰ ਸੁੱਟ ਦਿੱਤੇ ਤੇ ਲਿੰਕਨ ਦੀ ਪੂਰੀ ਜਿੱਤ ਹੋ ਗਈ। ਜਦੋਂ 13 ਅਪ੍ਰੈਲ ਨੂੰ ਲਿੰਕਨ ਲੜਾਈ ਦੇ ਮੈਦਾਨ ਵੱਲ ਗਿਆ ਤਾਂ ਅਫਰੀਕੀ ਗੁਲਾਮ ਉਸ ਨੂੰ ਸਲਾਮਾਂ ਕਰ ਰਹੇ ਸਨ ਤੇ ਉਸ ਲਈ ਦੁਆਵਾਂ ਕਰ ਰਹੇ ਸਨ। BAIGNO 193 11
14 ਅਪ੍ਰੈਲ ਨੂੰ ਗੁੱਡ ਫਰਾਈਡੇ ਉੱਤਰ ਵਾਲਿਆਂ ਲਈ ਬੜੇ ਸ਼ੁਕਰ ਦਾ ਸੀ। ਸਵੇਰੇ ਲਿੰਕਨ ਨੇ ਕਮੇਟੀ ਕੀਤੀ ਤੇ ਜਿਸ ਵਿੱਚ ਅੱਡ ਹੋਏ ਹਿੱਸਿਆਂ ਨੂੰ ਜੋੜਨ ਤੇ ਵਿਚਾਰ ਹੋਣੀ ਸੀ। ਦੱਖਣ ਕੁਝ ਮੈਂਬਰ ਦੱਖਣ ਦੇ ਲੀਡਰਾਂ ਨੂੰ ਕਤਲ ਕਰਕੇ ਬਦਲਾ ਲੈਣ ਦੀ ਸਲਾਹ ਦੇ ਰਹੇ ਸਨ, ਪਰੰਤੂ ਦੇਸ਼ ਲਿੰਕਨ ਨੇ ਭੁੱਲੇ ਵੀਰਾਂ ਨੂੰ ਮੇਲਣਾ ਆਪਣਾ ਧਰਮ ਦੱਸ ਕੇ ਇਸ ਸਲਾਹ ਦਾ ਵਿਰੋਧ ਕੀਤਾ। ਰੱਖਣ ਦਾ ਪਿੱਤ ਹੈ ਗਰਸ ਨੂੰ। ਕਮੇਟੀ ਮਗਰੋਂ ਰਾਤ ਨੂੰ ਲਿੰਕਨ ਆਪਣੀ ਪਤਨੀ ਨਾਲ ਇੱਕ ਖਾਸ ਖੇਲ ਨੂੰ ਦੇਖਣ ਲਈ ਥੀਏਟਰ ਵਿੱਚ ਗਿਆ, ਜਿੱਥੇ ਅਚਨਚੇਤ ਇੱਕ ਆਦਮੀ ਨੇ ਉਸ ਦੇ ਸਿਰ ਵਿੱਚ ਗੋਲੀ ਮਾਰੀ ਤੇ ਚੁੱਕ ਕੇ ਕਿਹਾ, ਦੱਖਣ ਦਾ ਬਦਲਾ ਲੈ ਲਿਆ ਹੈ। ਇਸ ਪਿੱਛੋਂ ਉਹ ਆਦਮੀ ਨਾ ਲੱਭਾ। ਲਿੰਕਨ ਨੇ ਸਵੇਰੇ 7 ਵਜੇ ਪ੍ਰਾਣ ਤਿਆਗ ਦਿੱਤੇ। ਲਿੰਕਨ ਇੱਕ ਬੇਮਿਸਾਲ ਦੇਸ਼ ਭਗਤ ਸ਼ਹੀਦ ਸੀ। ਪ੍ਰਧਾਨ ਬਣ ਕੇ ਵੀ ਉਸਨੇ ਸਾਦਗੀ ਨਹੀਂ ਸੀ ਛੱਡੀ। ਲੋਕ ਓਵਰਕੋਟ ਪਾਉਂਦੇ ਸਨ, ਪਰੰਤੂ ਉਹ ਕੰਬਲ ਦੀ ਬੁੱਕਲ ਮਾਰਦਾ ਸੀ। ਸੱਚਾਈ, ਇਰਾਦੇ ਦੀ ਪਕਿਆਈ ਤੇ ਨਿਸ਼ਕਾਮਤਾ ਉਸਦੇ ਵਿਸ਼ੇਸ਼ ਗੁਣ ਸਨ। ਉਹ ਗੁਲਾਮਾਂ ਦੇ ਵਪਾਰ ਦਾ ਸਖਤ ਵਿਰੋਧੀ ਸੀ। ਇਸੇ ਕਰਕੇ ਕੁਝ ਮੰਨੇ ਪਰਮੰਨੇ ਸੱਜਣਾ ਨੇ ਲਿੰਕਨ ਕੋਲ ਗੁਲਾਮਾਂ ਦੇ ਇੱਕ ਵਪਾਰੀ ਦੀ 5 ਸਾਲ ਦੀ ਕੈਦ ਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਮਾਫ਼ ਕਰਨ ਲਈ ਬੇਨਤੀ ਕੀਤੀ, ਤਾਂ ਉਸਨੇ ਕਿਹਾ ਕਿ ਉਹ ਅਨੇਕਾਂ ਖੂਨੀ ਲੋਕਾਂ ਦੇ ਅਪਰਾਧ ਮਾਫ਼ ਕਰ ਸਕਦਾ ਹੈ, ਪਰੰਤੂ ਜਿਹੜਾ ਮਨੁੱਖ ਅਫਰੀਕਾ ਤੋਂ ਲੋਕਾਂ ਨੂੰ ਜ਼ਬਰਦਸਤੀ ਫੜ ਕੇ ਲਿਆਵੇ ਤੇ ਗੁਲਾਮ ਬਣਾ ਕੇ ਵੇਚੋ, ਉਸ ਨੂੰ ਕਦੀ ਮਾਫ਼ ਨਹੀਂ ਕਰ ਸਕਦਾ। ਅਜਿਹਾ ਮਨੁੱਖ ਭਾਵੇਂ ਜੇਲ੍ਹ ਵਿੱਚ ਸੜ ਕੇ ਮਰ ਜਾਵੇ, ਉਸਨੂੰ ਉਸ ਉੱਤੇ ਤਰਸ ਨਹੀਂ ਆਉਂਦਾ ਤੇ ਉਸਨੇ ਉਸਦੀ ਸਜ਼ਾ ਮਾਫ਼ ਕਰਨ ਤੋਂ ਇਨਕਾਰ ਕਰ ਦਿੱਤਾ।